ਸਤਿ ਸ਼੍ਰੀ ਅਕਾਲ ਜੀ। ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਅੱਜ ਦਾ ਸ਼ੋਅ ਅਸੀਂ ਕੈਨੇਡਾ ਨੂੰ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ। ਕੈਨੇਡਾ ਬਾਰੇ ਗੱਲਬਾਤ ਕਰਾਂਗੇ, ਕੈਨੇਡਾ ਨੂੰ ਲੈ ਕੇ ਜਾਣਾਂਗੇ ਕਿਵੇਂ ਉਹਨਾਂ ਵਿੱਚ ਕੁਝ ਨਵੇਂ ਬਦਲਾਅ ਆਏ ਨੇ। ਬਦਲਾਅ ਤੋਂ ਮੈਂ ਜੇ ਕਰਾਂ ਗੱਲ ਤੁਹਾਡੇ ਨਾਲ ਤਾਂ ਸੁਪਰ ਵੀਜ਼ਾ ਨੂੰ ਲੈ ਕੇ ਬਦਲਾਅ ਨੇ, ਵਰਕ ਪਰਮਿਟ ਵਾਲੇ ਕਾਲਜਿਸ ਉਹਨੂੰ ਲੈ ਕੇ ਬਦਲਾਅ ਨੇ, ਜਾਂ ਜੇ ਗੱਲ ਕਰ ਲਈਏ ਇੰਸ਼ੋਰੈਂਸ ਦੀ ਪਾਲਿਸੀ ਸੁਪਰ ਵੀਜ਼ਾ ਲਈ ਉਹਨੂੰ ਲੈ ਕੇ ਬਦਲਾਅ ਨੇ। ਕਾਫੀ ਕੁਝ ਜਿਹੜਾ ਬਦਲ ਰਿਹਾ ਹੈ। ਟੀ ਆਰ ਟੂ ਪੀ ਆਰ ਪਾਲਿਸੀਜ਼ ਨੂੰ ਲੈ ਕੇ ਬਦਲਾਅ ਨੇ। ਕਾਫੀ ਚੇਂਜਿਸ ਵੱਡੇ ਪੱਧਰ 'ਤੇ ਕੈਨੇਡਾ ਦੇ ਵਿੱਚ ਆਈਆਂ। ਅੱਜ ਉਹਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ। ਕੈਨੇਡਾ 'ਤੇ ਗੱਲ ਕਰਨ ਲਈ ਕੈਨੇਡਾ ਦੇ CICC ਮੈਂਬਰ ਡਾਕਟਰ ਰਵੀ ਗਰਗ ਪਾਇਨੀਅਰ ਜੀ ਤੋਂ ਮੇਰੇ ਨਾਲ ਮੌਜੂਦ ਰਹਿਣਗੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ। ਅਮਨ ਜੀ, ਸ਼ੋਅ 'ਤੇ ਸੱਦਾ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਬਹੁਤ ਵੱਡੇ ਪੱਧਰ 'ਤੇ ਚੇਂਜਿਸ ਆਈ ਜਾ ਰਹੀਆਂ ਨੇ, ਕੁਛ ਨਾ ਕੁਛ ਨਵਾਂ ਹੋ ਰਿਹਾ ਹੈ। ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਚੰਗੀ ਗੱਲ ਇਹ ਅਮਨ ਜੀ, ਜਿਹੜੇ ਚੇਂਜਿਸ ਆ ਰਹੇ ਨੇ ਨਾ, ਪੋਜ਼ੀਟਿਵ ਚੇਂਜਿਸ ਨੇ, ਫਾਇਦੇ ਵਾਲੇ ਚੇਂਜਿਸ ਨੇ। ਸੋ ਲਿਬਰਲ ਗੌਰਮੈਂਟ ਹੈਗੀ ਆ ਉੱਥੇ, ਜਿਹੜੀ ਸਰਕਾਰ ਜਿਹੜੀ ਹੈਗੀ ਹੈ, ਔਰ ਬੜੀ ਅੱਛੀਆਂ ਖਬਰਾਂ ਚੱਲਦੀਆਂ। ਦੇਖੋ ਤੁਸੀਂ, ਆਸਟ੍ਰੇਲੀਆ, ਨਿਊਜ਼ੀਲੈਂਡ, ਬੜੇ ਸਾਰੇ ਜਿਹੜੇ ਕੰਟਰੀਜ਼ ਨੇ ਕਰੋਨਾ ਦੇ ਵਿੱਚ ਬੰਦ ਰਹੇ, ਲੇਕਿਨ ਕੈਨੇਡਾ ਖੁੱਲ੍ਹਾ ਰਿਹਾ। ਔਰ ਕੰਸਲਟੈਂਟਸ ਦਾ, ਬੱਚਿਆਂ ਦਾ ਜਿਹੜਾ ਹੈਗਾ ਦਰਵਾਜ਼ੇ ਖੁੱਲ੍ਹੇ ਰਹੇ, ਪੈਦਾ ਹੁੰਦਾ ਰਿਹਾ। ਸੋ ਇੱਕ ਜਿਹੜੀ ਹੈਗੀ ਹੈ ਬੜੀ ਅੱਛੀ ਖਬਰ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਅਮਨ ਜੀ, ਸੁਪਰ ਵੀਜ਼ਾ ਦੀ ਜਿਹੜੀ ਹੈਗੀ ਹੈ, ਪਹਿਲਾਂ ਡਿਊਰੇਸ਼ਨ ਜਿਹੜੀ ਹੈਗੀ ਹੈ 10 ਸਾਲ ਦਾ ਹਾਲਾਂਕਿ ਲੱਗਦਾ ਹੈਗਾ। ਪਹਿਲਾਂ ਵੀ 10 ਸਾਲ ਦਾ ਲੱਗਦਾ ਸੀ, ਹੁਣ ਵੀ 10 ਸਾਲ ਦਾ ਲੱਗੇਗਾ। ਲੇਕਿਨ ਜਾਣ ਤੋਂ ਬਾਅਦ ਅਪ ਟੂ 2 ਇਅਰਸ, ਜਿਹੜੇ ਜਦੋਂ ਕੋਰਟ ਆਫ ਐਂਟਰੀ 'ਤੇ ਗੱਲਬਾਤ ਹੁੰਦੀ ਸੀਗੀ, ਇੰਟਰਵਿਊ ਜਾਂ ਗੱਲਬਾਤ ਹੁੰਦੀ ਸੀਗੀ ਕੈਂਡੀਡੇਟ ਦੇ ਨਾਲ, ਅਤੇ ਉਦੋਂ ਫਿਰ ਉਹ ਆਪਣੀ ਮਰਜ਼ੀ ਨਾਲ ਅਪ ਟੂ 2 ਇਅਰਸ ਦਾ ਦੇ ਸਕਦੇ ਸੀਗੇ ਸਟੇ, ਕਿ ਇੱਕ ਵਾਰੀ 'ਚ ਇੰਨਾ ਚਿਰ ਰੁਕ ਸਕਦੇ ਹੋ। ਹੁਣ ਉਹ ਸਟੇ ਵਧਾ ਕੇ ਅਪ ਟੂ 5 ਇਅਰਸ ਕਰ ਦਿੱਤਾ ਹੈਗਾ। ਇੱਕ ਵਾਰੀ ਵਿੱਚ 5 ਸਾਲ ਤੱਕ ਰੁਕ ਸਕਦੇ ਨੇ। ਉਸ ਤੋਂ ਬਾਅਦ ਐਕਸਟੈਂਸ਼ਨ ਵੀ, ਜੇ ਕੋਈ ਕਾਰਨ ਹੋਵੇ, ਫੈਮਿਲੀ ਰੀਜ਼ਨ ਜਾਂ ਕੋਈ ਕਾਰਨ ਕਰਕੇ, ਤੇ ਹੋਰ ਵੀ ਐਕਸਟੈਂਸ਼ਨ ਕਰ ਸਕਦੇ ਨੇ। 2 ਸਾਲ ਦੀ ਐਕਸਟੈਂਸ਼ਨ ਮਿਲ ਜਾਏਗੀ। ਬਿਲਕੁਲ। ਦੂਸਰਾ ਜਿਹੜਾ ਹੈਗਾ ਇਹ ਕਿ ਜਿਹੜੀ ਸੁਪਰ ਵੀਜ਼ਾ ਦੇ ਵਿੱਚ ਮੈਡੀਕਲ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਲੈਣੀ ਹੁੰਦੀ ਸੀ, ਉਹ ਸਿਰਫ ਕੈਨੇਡੀਅਨ ਕੰਪਨੀ ਤੋਂ ਹੀ ਲਿੱਤੀ ਜਾ ਸਕਦੀ ਸੀਗੀ। ਹੁਣ ਇਹ ਜਿਹੜਾ ਹੈਗਾ ਐਕਸਟੈਂਡ ਕਰਕੇ ਇਸ ਨੂੰ ਇੰਡੀਆ ਦੇ ਵਿੱਚ ਵੀ ਕੁਝ ਕੰਪਨੀਜ਼ ਦੇ ਡੈਜਿਗਨੇਟ ਕਰਨਗੇ। ਉਸ ਦੀ ਲਿਸਟ ਜਿਹੜੀ ਕੈਨੇਡਾ ਅੰਬੈਸੀ ਦੀ ਵੈਬਸਾਈਟ 'ਤੇ ਆਏਗੀ, ਹਾਲੇ ਨਹੀਂ ਆਈ, ਲੇਕਿਨ ਉਸ ਦੇ ਵਿੱਚ ਉਹਨਾਂ ਜਿਹੜਿਆਂ ਦੀ ਲਿਸਟ ਵਿੱਚ ਨਾ ਹੋਏਗਾ, ਉਹਨਾਂ ਕੰਪਨੀਜ਼ ਤੋਂ ਵੀ ਜਿਹੜੀ ਮੈਡੀਕਲ ਹੈਲਥ ਇੰਸ਼ੋਰੈਂਸ ਲਿੱਤੀ ਜਾ ਸਕਦੀ ਹੈ। 1 ਲੱਖ ਕੈਨੇਡੀਅਨ ਡਾਲਰ ਦੀ ਲੈਣੀ ਹੁੰਦੀ ਹੈਗੀ, ਤਾਂ ਕਿ ਉੱਥੇ ਜਾ ਕੇ ਅਗਰ ਕੋਈ ਬਿਮਾਰ ਹੋ ਜੇ ਔਰ ਤਕਲੀਫ, ਹੈਲਥ ਦੀ ਪ੍ਰੋਬਲਮ ਹੋਵੇ, ਅਤੇ ਇਹ ਜਿਹੜੀ ਇੰਸ਼ੋਰੈਂਸ ਕੰਪਨੀਜ਼ ਜਿਹੜੀ ਕੰਪਨਸੇਟ ਕਰਨ ਉਸ ਜਿਹੜੀ ਮੈਡੀਕਲ ਪ੍ਰੋਬਲਮ ਦੇ ਵਿੱਚ ਖਰਚੇ ਜਿਹੜੇ ਹੋਣਗੇ, ਉਹਨਾਂ ਦਾ ਖਰਚਾ ਇਹ ਇੰਸ਼ੋਰੈਂਸ ਕੰਪਨੀ ਜਿਹੜੀ ਕਰਨ। ਦੂਸਰਾ ਇੱਕ ਬੜੀ ਅੱਛੀ ਚੀਜ਼ ਅਮਨ ਜੀ ਕਿ ਮੋਸ਼ਨ 44 ਜਿਹੜਾ ਹੈਗਾ ਜਨਵਰੀ ਦੇ ਵਿੱਚ ਆਪਣੇ ਕਿਸੇ ਇੰਡੀਅਨ ਮਿਨਿਸਟਰ ਨੇ ਸ਼ੁਰੂ ਕੀਤਾ ਸੀਗਾ, ਔਰ ਉਹ ਹਾਊਸ ਆਫ ਕਾਮਨਸ, ਕੈਨੇਡਾ ਦੇ ਹਾਊਸ ਆਫ ਕਾਮਨ ਜਿਹੜਾ ਪਾਰਲੀਮੈਂਟ ਦਾ ਲੋਅਰ ਹਾਊਸ ਹੁੰਦਾ ਹੈਗਾ, ਉਸ ਦੇ ਵਿੱਚ 11 ਮਈ ਨੂੰ ਪਾਸ ਹੋ ਚੁੱਕਾ ਹੈਗਾ, ਜਿਸ ਦੇ ਵਿੱਚ 6 ਪੁਆਇੰਟਸ ਜਿਹੜੇ ਪਾਸ ਹੋਏ ਨੇ। ਉਸ ਦੇ ਵਿੱਚ ਇੱਕ ਪੁਆਇੰਟ ਇਹ ਹੋਇਆ ਹੈਗਾ ਕਿ 2 ਸਾਲ ਦਾ, ਜਿਸ ਤਰ੍ਹਾਂ ਬੱਚੇ ਆਮ ਤੌਰ 'ਤੇ ਕੋਰਸ ਲੈਂਦੇ ਸੀ, 3 ਸਾਲ ਦਾ ਵਰਕ ਪਰਮਿਟ ਮਿਲਦਾ ਸੀਗਾ, ਉਸ ਦੇ ਵਿੱਚ ਤਕਰੀਬਨ 1 ਸਾਲ ਦਾ ਘੱਟੋ ਘੱਟ ਜਿਹੜਾ OAB ਕੈਟੇਗਰੀ ਦਾ ਐਕਸਪੀਰੀਅੰਸ ਦੀ ਲੋੜ ਹੁੰਦੀ ਸੀ PR ਵਿੱਚ ਅਪਲਾਈ ਕਰਨ ਵਾਸਤੇ। ਸੋ ਉਹ ਜਿਹੜਾ OAB ਦਾ, ਇੱਕ ਮੋਟੀ ਦੀ ਗੱਲ ਕਰੀਏ ਤਾਂ ਸੁਪਰਵਾਈਜ਼ਰ ਲੈਵਲ ਦਾ ਜਿਹੜਾ ਐਕਸਪੀਰੀਅੰਸ ਚਾਹੀਦਾ ਸੀ ਬੱਚਿਆਂ ਨੂੰ, ਉਹ OAB ਲੈਵਲ ਦਾ ਐਕਸਪੀਰੀਅੰਸ ਲੈਣ 'ਚ ਦਿੱਕਤ ਹੁੰਦੀ ਸੀਗੀ। ਅਤੇ ਉਹ ਜਿਹੜਾ ਉਹਨਾਂ ਨੇ ਇੱਕ ਇਹ ਪੁਆਇੰਟ ਚੱਕਿਆ ਹੈਗਾ ਕਿ ਜਿਨ੍ਹਾਂ ਕੈਟੇਗਰੀਜ਼ ਦੇ ਵਿੱਚ, ਜਿਨ੍ਹਾਂ ਪ੍ਰੋਫੈਸ਼ਨਸ ਦੇ ਵਿੱਚ ਸ਼ੋਰਟੇਜ ਹੈਗੀ ਕੈਨੇਡਾ ਦੀ, ਉਹਨਾਂ ਪ੍ਰੋਫੈਸ਼ਨਸ ਦੇ ਵਿੱਚ ਅਗਰ ਬੱਚੇ ਕਿਸੇ ਵੀ ਲੈਵਲ 'ਤੇ ਕੰਮ ਕਰਦੇ ਪਏ ਨੇ, ਅਤੇ ਫਿਰ ਉਸ ਨੂੰ PR ਦਿੱਤੀ ਜਾਵੇ। ਸੋ PR ਨੂੰ ਜਿਵੇਂ ਵੈਲਡਰ ਹੋ ਗਏ, ਪਲੰਬਰ ਹੋ ਗਏ, ਕੋਈ ਜਿਹਨਾਂ ਦੀ ਹਮੇਸ਼ਾ ਹੀ ਡਿਮਾਂਡ ਰਹਿੰਦੀ ਹੈ। ਬਿਲਕੁਲ। ਵੈਲਡਰ, ਪਲੰਬਰ ਤਾਂ ਅਮਨ ਜੀ ਬਾਈ ਦ ਵੇ ਵੈਸੇ ਵੀ ਪਹਿਲਾਂ ਵੀ B ਕੈਟੇਗਰੀ ਦੀ ਹੈਗੀਆਂ ਸੀਗੀਆਂ, ਕੋਈ ਐਸੀ ਗੱਲ ਨਹੀਂ, ਲੇਕਿਨ ਹੋਰ ਬੜਾ ਕੁਛ ਇਸ ਤਰ੍ਹਾਂ ਦੇ ਚੇਂਜਿਸ OAB ਕੈਟੇਗਰੀ ਦੀ ਜਿਹੜੀ ਲਿਸਟ ਹੈਗੀ, ਮੈਨੇਜਰ ਲਾਈਵਲ ਹੋ ਗਏ, ਅਸਿਸਟੈਂਟ ਮੈਨੇਜਰ ਹੋ ਗਏ, ਇੱਦਾਂ ਦੇ OAB ਦੇ ਵਿੱਚ ਆ ਗਏ। ਬਿਲਕੁਲ। ਹੁਣ ਜਿਹੜਾ ਹੈਗਾ ਫਿਰ ਉਹ ਉਸ ਦੇ ਰੂਲ ਰੈਗੂਲੇਸ਼ਨ ਜਿਹੜੀ ਹੈ ਕੈਨੇਡਾ ਅੰਬੈਸੀ ਨੇ ਡਿਕਲੇਅਰ ਕੀਤਾ ਹੈਗਾ, TR to PR ਜਿਹੜੀ ਹੈਗੀ ਆ, ਟੈਂਪਰੇਰੀ ਰੈਜ਼ੀਡੈਂਸ ਟੂ ਪਰਮਾਨੈਂਟ ਰੈਜ਼ੀਡੈਂਸ। ਜਿਹੜੇ ਇਹੋ ਜਿਹੇ ਟੈਂਪਰੇਰੀ ਰੈਜ਼ੀਡੈਂਟਸ ਹੈਗੇ ਨੇ, ਜਿਹੜੇ ਸਟੱਡੀ ਪਰਮਿਟ 'ਤੇ ਹੈਗੇ ਨੇ, ਉਸ ਤੋਂ ਬਾਅਦ ਰੀਸੈਂਟ ਸਟੱਡੀਜ਼ ਕੰਪਲੀਟ ਹੋਈਆਂ, ਔਰ ਪੋਸਟ ਗ੍ਰੈਜੂਏਟ ਵਰਕ ਪਰਮਿਟ 'ਤੇ ਹੈਗੇ ਨੇ, ਜਾਂ ਵਰਕ ਪਰਮਿਟ LMIA ਜਾਂ ਹੋਰ ਕੈਟੇਗਰੀ ਦੇ ਵਰਕ ਪਰਮਿਟ 'ਤੇ ਕੈਨੇਡਾ ਦੇ ਵਿੱਚ ਹੈਗੇ ਨੇ, ਜਿਹੜੇ ਟੈਂਪਰੇਰੀ ਰੈਜ਼ੀਡੈਂਟ ਨੇ, ਉਹ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਬਣਾਉਣ ਵਾਸਤੇ ਇਹ ਸੌਖੀ ਜਿਹੜੀ ਤਰੀਕਾ ਹੈਗਾ, ਇਹ ਪਾਲਿਸੀਜ਼ ਹੈਗੀ ਹੈ, ਇਹ ਕੈਨੇਡਾ ਅੰਬੈਸੀ ਉਸ 'ਤੇ ਵਰਕ ਕਰਦੀ ਪਈ ਹੈਗੀ ਹੈ। ਔਰ ਜਲਦੀ ਹੀ ਆਈ ਹੋਪ ਕਿ ਸੈਪਟੰਬਰ ਦੇ ਵਿੱਚ, ਫਾਲ ਦੇ ਵਿੱਚ ਇਹ ਐਕਸਪੈਕਟਡ ਹੈਗੀ ਨਵੀਂ ਜਿਹੜੀ ਰੂਲਸ ਫਾਇਦਾ ਹੋਏਗਾ ਜੀ।
ਸਤੰਬਰ ਤੋਂ ਉਮੀਦ ਹੈ ਜੀ ਹੋਏਗਾ, ਬਟ ਆਉਣ ਵਾਲੇ ਸਤੰਬਰ 2023 ਤੋਂ ਇੱਕ ਹੋਰ ਬਹੁਤ ਵੱਡੇ ਪੱਧਰ 'ਤੇ ਚੇਂਜਿਸ ਆਉਣ ਜਾ ਰਹੀਆਂ ਨੇ, ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਬਹੁਤ ਜ਼ਰੂਰੀ ਨੇ। ਉਹ ਨੇ ਜੀ ਕਿਊਬੈਕ ਦੇ ਵਿੱਚ, ਜਿੱਥੇ ਬਹੁਤ ਸਾਡਾ ਨਾਰਥ ਇੰਡੀਆ ਦਾ ਬੱਚਾ ਪੜ੍ਹਨ ਗਿਆ। ਹੁਣ 2023 ਤੋਂ ਉੱਥੇ ਰੂਲ ਲਾਗੂ ਹੋ ਰਿਹਾ ਹੈ, ਜਿਹੜਾ ਵੀ ਪ੍ਰਾਈਵੇਟ ਇੰਸਟੀਚਿਊਟ ਦੇ ਵਿੱਚ ਪੜ੍ਹਨ ਜਾਏਗਾ ਉਹਨੂੰ ਵਰਕ ਪਰਮਿਟ ਨਹੀਂ ਮਿਲੇਗਾ, PSW ਦੇ ਲਈ ਐਲੀਜੀਬਲ ਨਹੀਂ ਹੋਏਗਾ। ਇਹ ਖਬਰਾਂ ਜਿਹੜੀਆਂ ਉਹ ਆ ਰਹੀਆਂ, ਇਹ ਲਾਗੂ ਹੋਣਾ ਸਤੰਬਰ 2023 ਤੋਂ। ਇਹਦੇ ਬਾਰੇ ਮੈਂ ਚਾਹੂੰਗਾ ਇੱਕ ਵਾਰੀ ਜ਼ਰੂਰ ਸਰ ਚਾਨਣਾ ਪਾ ਦਿਓ। ਬਿਲਕੁਲ ਅਮਨ ਜੀ, ਪਿੱਛੇ ਜਿਹੜਾ ਹੈ 1.5-2 ਸਾਲ 2.5 ਸਾਲ ਪਹਿਲਾਂ ਪਿੱਛੇ ਜਾਈਏ ਤੇ ਕਿਊਬੈਕ ਦੇ ਵਿੱਚ ਹਰ ਬੰਦਾ ਜਿਹੜਾ, ਹਰ ਸਟੂਡੈਂਟ ਜਿਹੜੇ ਬਹੁਤ ਜ਼ਿਆਦਾ ਰਸ ਸੀਗਾ ਕਿਊਬੈਕ ਦੇ ਵਿੱਚ ਜਾਣਾ ਚਾਹੁੰਦੇ ਸੀ ਸਟੂਡੈਂਟਸ। ਬਹੁਤ ਸਾਰੇ ਬੈਨੀਫਿਟ ਸੀਗੇ ਉੱਥੇ ਜਾਣ ਦੇ, ਕਿਉਂਕਿ ਕਿਊਬੈਕ ਗਵਰਨਮੈਂਟ ਨੇ, ਕਿਊਬੈਕ ਐਜੂਕੇਸ਼ਨ ਮਿਨਿਸਟਰੀ, ਕਿਊਬੈਕ ਐਮਬੈਸੀ ਨੇ ਜਿਹੜੀ ਹੈਗੀ ਹੈ, ਇਹ ਪੁਆਇੰਟ ਸੀਗਾ ਕਿ ਉੱਥੇ ਦੇ ਈਵਨ ਪ੍ਰਾਈਵੇਟ ਕਾਲਜ ਜਿਹੜੇ ਸੀਗੇ, ਈਵਨ ਕਿ ਅਨਸਬਸਿਡਾਈਜ਼ਡ ਜਿਹੜੇ ਕਾਲਜ ਜਿਨ੍ਹਾਂ ਨੂੰ ਗਵਰਨਮੈਂਟ ਦੀ ਏਡ ਨਹੀਂ ਸੀਗੀ, ਉਹ ਵੀ ਉਹਨਾਂ ਨੂੰ ਵਰਕ ਪਰਮਿਟ ਅਲਾਉਡ ਸੀਗਾ। ਉੱਥੇ ਪੜ੍ਹ ਕੇ ਵੀ ਬੱਚੇ ਜਿਹੜੇ ਹੈ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਦਾ ਸੀ ਉਹਨਾਂ ਨੂੰ। ਔਰ ਉਹ DLI ਆਫ ਕੋਰਸ DLI ਲਾਇਸੈਂਸ ਜਿਹੜਾ ਉਹਨਾਂ ਕੋਲ ਸੀਗਾ। ਸੋ ਅਗਰ ਜਿਸ ਤਰ੍ਹਾਂ ਕੈਨੇਡਾ ਅੰਬੈਸੀ ਦੀ ਵੈਬਸਾਈਟ 'ਤੇ ਜਾਈਏ, ਅਗਰ ਆਪਾਂ ਗੂਗਲ 'ਤੇ ਲਿਖੀਏ DLI ਲਿਸਟ ਕੈਨੇਡਾ, ਅਤੇ ਗੂਗਲ 'ਤੇ ਜਿਹੜਾ ਹੈ ਗੂਗਲ ਆਪਾਂ ਨੂੰ ਕੈਨੇਡਾ ਅੰਬੈਸੀ ਦੀ ਵੈਬਸਾਈਟ ਦੇ ਪੇਜ 'ਤੇ ਲੈ ਜਾਏਗਾ, ਜਿੱਥੇ ਕਾਲਜਾਂ ਦੀ ਲਿਸਟ ਹੈਗੀ ਹੈ। ਔਰ ਇੱਕ ਪ੍ਰੋਵਿੰਸ ਆਪਾਂ ਚੂਜ਼ ਕਰਾਂਗੇ, ਮੰਨ ਲਓ ਕਿਊਬੈਕ ਚੂਜ਼ ਕਰਦੇ ਹਾਂ, ਅਤੇ ਉਹਦੇ ਵਿੱਚ ਸਾਰੇ ਕਾਲਜਿਸ ਦੇ ਨਾਂ ਆ ਜਾਣਗੇ। ਇੱਕ ਪਰਟੀਕੂਲਰ ਕਾਲਜ ਦਾ ਨਾਂ ਵੀ ਆਪਾਂ ਇੱਕ ਸਰਚ ਬਾਕਸ ਵਿੱਚ ਲਿਖ ਕੇ ਆਪਾਂ ਦੇਖ ਸਕਦੇ ਹਾਂ। ਔਰ ਰਾਈਟ ਸਾਈਡ 'ਤੇ ਜੇ ਯੈਸ ਲਿਖਿਆ ਤੇ ਉਹ ਵਰਕ ਪਰਮਿਟ ਹੈਗਾ, ਨੋ ਲਿਖਿਆ ਤੇ ਨਹੀਂ ਹੈਗਾ। ਸੋ ਕਿਊਬੈਕ ਦੇ ਜ਼ਿਆਦਾਤਰ ਪ੍ਰਾਈਵੇਟ ਅਨਸਬਸਿਡਾਈਜ਼ਡ ਕਾਲਜਿਸ ਦੇ ਵਿੱਚ ਵੀ ਵਰਕ ਪਰਮਿਟ ਸੀਗੇ, ਜੈਨੂਅਨ ਕਾਲਜ ਸੀਗੇ, ਚੰਗੇ ਕਾਲਜ ਸੀਗੇ। ਔਰ ਅਸੀਂ ਸਾਰੇ ਕੰਸਲਟੈਂਟਸ ਵੀ ਉੱਥੇ ਭੇਜਦੇ ਸੀ, ਕਿਉਂਕਿ ਬੈਨੀਫਿਟਸ ਬਹੁਤ ਜ਼ਿਆਦਾ ਸੀਗੇ। ਕਿਊਬੈਕ ਗੌਰਮੈਂਟ ਨੇ ਫਰੈਂਚ ਦੀਆਂ ਕਲਾਸਿਸ ਫ੍ਰੀ ਕੀਤੀਆਂ ਸੀਗੀਆਂ, ਔਰ ਜਿਹੜੇ ਬੱਚੇ ਉੱਥੇ ਜਾ ਕੇ ਫਰੈਂਚ ਦੀਆਂ ਕਲਾਸਿਸ ਕਰਦੇ ਸੀ ਉਹਨਾਂ ਨੂੰ PR ਬੜੀ ਈਜ਼ੀ ਸੀਗੀ। ਫੀਸਾਂ ਕਾਲਜਿਸ ਦੀ ਘੱਟ ਸੀਗੀਆਂ, ਅਤੇ ਹੋਰ ਕਈ ਤਰ੍ਹਾਂ ਦੇ ਬੈਨੀਫਿਟ, ਜਿਸ ਤਰ੍ਹਾਂ ਕਿ ਬੱਚਿਆਂ ਨੂੰ ਉੱਥੇ ਜਾ ਕੇ ਵੀਜ਼ਾ ਤੋਂ ਬਾਅਦ ਉੱਥੇ ਜਾ ਕੇ ਬੱਚਿਆਂ ਨੂੰ ਲੈਪਟਾਪ ਕਾਲਜਿਸ ਆਮ ਤੌਰ 'ਤੇ ਦਿੰਦੇ ਸੀਗੇ। ਏਅਰਪੋਰਟ ਪਿਕਅਪ ਸੀਗਾ, ਰੈਜ਼ੀਡੈਂਸ ਅਰੇਂਜਮੈਂਟ ਸੀਗਾ, ਮਹੀਨਾ ਦੇ ਕਰੀਬ ਬੱਚਿਆਂ ਨੂੰ ਜਿਹੜਾ ਫ੍ਰੀ ਉੱਥੇ ਸਟੇ ਕਰਵਾਇਆ ਜਾਂਦਾ ਸੀਗਾ। ਬੜੇ ਸਾਰੇ ਬੈਨੀਫਿਟ ਸੀਗੇ ਜਿਸ ਦੇ ਕਰਕੇ ਜਾਂਦੇ ਸੀ। ਲੇਕਿਨ ਕਾਲਜਿਸ ਨੇ ਓਵਰ ਸਬਸਕ੍ਰਾਈਬ ਕਰ ਲਏ, ਥੋੜ੍ਹੇ ਜਿਹੇ ਜ਼ਿਆਦਾ ਜਿਹੜੇ ਸੀਟਾਂ ਭਰ ਲਈਆਂ, ਜਿਹਦੇ ਕਰਕੇ ਕਿਊਬੈਕ ਗੌਰਮੈਂਟ ਨੂੰ ਓਬਜੈਕਸ਼ਨ ਹੋਇਆ। ਔਰ ਹੁਣ ਰੀਸੈਂਟਲੀ ਔਰ ਕੁਝ ਕਾਲਜਿਸ, ਕੁਝ ਕਿਊਬੈਕ ਦੇ ਬੱਚਿਆਂ ਦੀ ਫੀਸ ਦੀ ਵੀ ਜਿਹੜੀ ਪ੍ਰੋਬਲਮ ਆ ਰਹੀ ਸੀ, ਜਿਸ ਦੇ ਵਾਸਤੇ ਅਸੀਂ ਪੰਜਾਬ ਦੇ ਕੁਝ ਬੱਚਿਆਂ ਦੀ ਫੀਸਾਂ ਰੁਕੀਆਂ ਹੋਈਆਂ ਸੀਗੀਆਂ, ਰਿਫੰਡ ਨਹੀਂ ਆਏ ਸੀਗੇ, ਜਿਸ ਦੇ ਵਾਸਤੇ ਸਾਰੇ ਕੰਸਲਟੈਂਟਸ ਬਹੁਤ ਜ਼ਿਆਦਾ ਐਫਰਟਸ ਕਰਦੇ ਪਏ ਆ ਕਿ ਕੈਨੇਡਾ ਦੇ ਪ੍ਰਾਈਮ ਮਿਨਿਸਟਰ, ਹੋਰ ਐਜੂਕੇਸ਼ਨ ਮਿਨਿਸਟਰ ਔਰ ਕਿਊਬੈਕ ਦੀ ਜਿਹੜੀ ਗੌਰਮੈਂਟ ਨੂੰ ਔਰ ਐਜੂਕੇਸ਼ਨ ਮਿਨਿਸਟਰੀ ਨੂੰ ਅਸੀਂ ਬੜੇ ਲਗਾਤਾਰ ਗੱਲਬਾਤ ਕਰਦੇ ਪਏ ਹਾਂ, ਜਿਸ ਦੇ ਸਾਡੇ ਐਫਰਟਸ ਦੇ ਨਾਲ ਇਹ ਐਕਸ਼ਨ ਲਿੱਤਾ ਗਿਆ ਕਿ ਇਹ ਪ੍ਰਾਈਵੇਟ ਅਨਸਬਸਿਡਾਈਜ਼ਡ ਕਾਲਜਿਸ ਦਾ ਵਰਕ ਪਰਮਿਟ ਖਤਮ ਕਰ ਦਿੱਤਾ ਗਿਆ ਸਤੰਬਰ 23 ਤੋਂ। ਜਿਸ ਤਰ੍ਹਾਂ ਜੀ ਤੁਸੀਂ ਦੱਸਿਆ, ਹੁਣ ਜਿਹੜੇ ਬੱਚੇ ਪੜ੍ਹਦੇ ਪਏ ਨੇ ਉਹਨਾਂ 'ਤੇ ਅਸਰ ਨਹੀਂ ਆਏਗਾ ਇਸ ਚੀਜ਼ ਦਾ, ਉਹਨਾਂ ਨੂੰ ਵਰਕ ਪਰਮਿਟ ਮਿਲੇਗਾ। ਲੇਕਿਨ ਸਤੰਬਰ 23 ਤੋਂ ਬਾਅਦ ਜਿਹੜੇ ਬੱਚੇ ਐਡਮਿਸ਼ਨ ਲੈਣਗੇ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲੇਗਾ। ਨੇ ਜੀ, ਇੱਕ ਤਾਂ ਹੈ ਜਿਹੜਾ ਬੱਚਾ ਅੱਜ ਪੜ੍ਹਨ ਜਾ ਰਿਹਾ ਹੈ, ਉਹਨੇ 2 ਸਾਲ ਬਾਅਦ ਮਤਲਬ 2024 ਦੇ ਵਿੱਚ ਉੱਥੋਂ ਗ੍ਰੈਜੂਏਟ ਕਰਨਾ ਹੈ ਨਾ, ਡਿਪਲੋਮਾ, ਉਹਨੂੰ ਮਿਲੇਗਾ ਕਿ ਨਹੀਂ ਮਿਲੇਗਾ, ਕਿਉਂਕਿ ਉਹ 2023 ਤੋਂ ਬਾਅਦ ਆ ਜਾਏਗਾ। ਜਾਂ 2023 ਸਤੰਬਰ ਜਿਹੜੇ ਐਡਮਿਸ਼ਨ ਲੈਣਗੇ, ਸਤੰਬਰ 23 ਐਡਮਿਸ਼ਨ ਵਾਲੇ ਬੱਚੇ ਨੂੰ ਨਹੀਂ ਮਿਲੇਗਾ। ਜਿਹੜੇ ਪਹਿਲਾਂ ਚੱਲ ਰਹੇ ਹੋਣਗੇ ਉਹ ਉੱਥੇ ਮਿਲੇਗਾ। ਲੇਕਿਨ ਡੈਫੀਨੇਟਲੀ ਆਲਰੇਡੀ ਜਿਹੜੇ ਬੱਚੇ ਹੈਗੇ ਨੇ ਉਹਨਾਂ ਦਾ ਈਵਨ ਕਿ 2 ਸਾਲ ਦਾ ਕੋਰਸ ਆਈ ਹੋਪ ਕਿ ਸਤੰਬਰ 23 ਤੱਕ ਖਤਮ ਹੋ ਚੁੱਕਿਆ ਹੋਵੇਗਾ ਜ਼ਿਆਦਾਤਰ ਬੱਚਿਆਂ ਦਾ। ਲੇਕਿਨ ਅਗਰ ਕਿਸੇ ਦਾ ਨਹੀਂ ਹੋਏਗਾ ਉਸ ਨੂੰ ਮਿਲੇਗਾ, ਲੇਕਿਨ ਸਤੰਬਰ 23 ਤੋਂ ਬਾਅਦ ਜਿਹੜੇ ਐਡਮਿਸ਼ਨ ਲੈਣਗੇ ਉਹਨਾਂ ਨੂੰ ਨਹੀਂ ਮਿਲੇਗਾ ਜੀ। ਜਿਹੜੇ ਬੱਚੇ ਜਾ ਰਹੇ ਨੇ ਜਾਂ ਹੁਣ ਰੀਸੈਂਟਲੀ ਜਾ ਰਹੇ ਨੇ, ਅੱਗੇ ਜਾ ਰਹੇ ਨੇ, ਉਹ ਜਾਣਾ ਚਾਹੁੰਦੇ ਨੇ, ਅੱਗੇ ਦੀ ਕਿਸੇ ਇਨਟੇਕ ਵਾਸਤੇ ਉਹਨਾਂ ਦੀ ਐਡਮਿਸ਼ਨ ਦਾ ਕੁਝ ਚੱਲਦਾ ਪਿਆ ਹੈਗਾ ਪ੍ਰੋਸੈਸ, ਉਹ ਇਸ ਰੂਲ ਨੂੰ ਧਿਆਨ ਨਾਲ ਸਮਝ ਕੇ ਔਰ ਸੋਚ ਕੇ ਜਾਇਆ ਜੇ। ਔਰ ਬੈਟਰ ਹੈਗਾ ਕਿ ਪਹਿਲਾਂ ਜਿਸ ਤਰ੍ਹਾਂ ਰਸ਼ ਸੀਗਾ, ਬਹੁਤ ਸਾਰੇ ਸਟੂਡੈਂਟ ਜਾ ਰਹੇ ਸੀ, ਅਸੀਂ ਕਾਫੀ ਟਾਈਮ ਤੋਂ ਜਦੋਂ ਤੋਂ ਇਹ ਕੁਝ ਇਸ਼ੂਜ਼ ਕ੍ਰੀਏਟ ਹੋਏ ਨੇ ਅਸੀਂ ਸਟੂਡੈਂਟ ਨੂੰ ਕਿਊਬੈਕ ਭੇਜਣਾ ਬੰਦ ਕਰ ਦਿੱਤਾ ਸੀਗਾ। ਸੋ ਟੇਕ ਕੇਅਰ ਆਫ ਦਿਸ। ਸੋ ਇਹ ਚੀਜ਼ਾਂ ਦੇਖੋ, ਜਿਹੜੀਆਂ ਚੇਂਜਿਸ ਆਈਆਂ, ਬਦਲਾਅ ਆਏ ਆ, ਅਸੀਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕੀਤੇ। ਤੁਹਾਡੇ ਲਈ ਜ਼ਰੂਰੀ ਨੇ ਇਹ ਚੀਜ਼ਾਂ ਜਾਣਨੀਆਂ। ਹਰ ਏਜੰਟ ਕੰਸਲਟੈਂਟ ਤੁਹਾਨੂੰ ਇਹਨਾਂ ਬਾਰੇ ਜਾਣਕਾਰੀ ਨਹੀਂ ਦੇਗਾ, ਬਟ CICC ਅਪਰੂਵਡ ਜਿਹੜੇ ਆਪਾਂ ਵਕੀਲ ਕਹਿ ਲਈਏ ਹਾਈ ਕਮਿਸ਼ਨ ਦੁਆਰਾ, ਉਹਨਾਂ ਦੇ ਨਾਮ ਵੀ ਮੈਂਸ਼ਨ ਕੀਤੇ ਗਏ ਨੇ। ਉਹਨਾਂ ਵਿੱਚੋਂ ਡਾਕਟਰ ਰਵੀ ਗਰਗ ਨੇ ਤੁਹਾਨੂੰ ਇਹ ਉਪਰਾਲਾ ਕਰਕੇ ਖਾਸ ਸ਼ੋਅ ਦੇ ਵਿੱਚ ਆ ਕੇ ਦੱਸਿਆ। CICC ਮੈਂਬਰ ਹਮੇਸ਼ਾ ਹੀ ਤੁਹਾਨੂੰ ਇੱਕ ਜਿਹੜੀ ਚੇਂਜਿਸ ਨੇ, ਅਪਡੇਟਸ ਨੇ, ਉਹਦੇ ਨਾਲ ਜਾਣੂ ਕਰਵਾਉਂਦੇ ਆਏ ਨੇ।
ਐਕਚੁਅਲੀ ਦਾ ਬੈਨੀਫਿਟ ਕੀ ਹੁੰਦਾ, ਇੱਕ CICC ਉਹਨਾਂ ਦੀ ਜਿਹੜੀ ਆਰਗੇਨਾਈਜੇਸ਼ਨ, ਉਹਨਾਂ ਨੇ ਇੱਕ ਵੀਡੀਓ ਵੀ ਬਣਾਈ ਹੈ, ਉਹ ਦੇਖਦੇ ਆ ਤੇ ਜਾਣਦੇ ਆ CICC ਦੇ ਇੱਕ ਐਪਲੀਕੈਂਟ ਨੂੰ ਉਹਨੇ ਕੋਈ ਵੀ ਵੀਜ਼ਾ ਅਪਲਾਈ ਕਰਨਾ, ਉਹਦੇ ਬੈਨੀਫਿਟਸ ਕੀ ਹੋਣਗੇ। ਆਓ ਦੇਖਦੇ ਹਾਂ ਵੀਡੀਓ। ਤਾਇਆ ਸਤਿ ਸ਼੍ਰੀ ਅਕਾਲ। ਹੋਰ ਚਾਚਾ ਕੀ ਹਾਲ ਚਾਲ ਹੈ? ਕੀ ਗੱਲ ਚਾਚਾ, ਤੁਸੀਂ ਸਾਰੇ ਉਦਾਸ ਬੈਠੇ ਹੋ? ਕੀ ਦੱਸਾਂ, ਤਜਿੰਦਰ ਦਾ ਏਜੰਟ ਪੈਸੇ ਲੈ ਕੇ ਭੱਜ ਗਿਆ। ਪਰ ਤਜਿੰਦਰ ਤਾਂ ਪੜ੍ਹਿਆ ਲਿਖਿਆ ਮੁੰਡਾ, ਉਹ ਤੋਂ ਇਹ ਗਲਤੀ ਕਿੱਦਾਂ ਹੋ ਗਈ? ਸਾਨੂੰ ਕੀ ਪਤਾ ਪੁੱਤ, ਸਾਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ। ਉਹ ਵੀ ਤਾਂ ਕੱਲ ਦਾ ਕਿਸੇ ਨਾਲ ਗੱਲ ਨਹੀਂ ਕਰ ਰਿਹਾ। ਤੂੰ ਤਜਿੰਦਰ ਨਾਲ ਇੱਕ ਵਾਰੀ ਗੱਲ ਤਾਂ ਕਰਕੇ ਦੇਖ। ਕੋਈ ਨਾ ਚਾਚਾ, ਮੈਂ ਕਰਦਾ ਗੱਲ ਤਜਿੰਦਰ ਨਾਲ। ਠੀਕ ਹੈ ਪੁੱਤ। ਯਾਰ ਤੂੰ ਤੇ ਪੜ੍ਹਿਆ ਲਿਖਿਆ ਸੀ, ਤੂੰ ਕਿੱਦਾਂ ਫਸ ਗਿਆ? ਭਾਈ ਇੱਥੇ ਪੜ੍ਹੇ ਲਿਖੇ ਬੰਦੇ ਵੀ ਫਰਾਡ ਏਜੰਟਾਂ ਦੇ ਚੱਕਰਾਂ 'ਚ ਫਸ ਰਹੇ ਆ। ਮੈਨੂੰ ਕਹਿੰਦਾ ਸੀ ਤੇਰਾ ਵਰਕ ਪਰਮਿਟ ਆ ਗਿਆ, ਪੈਸੇ ਜਮ੍ਹਾਂ ਕਰਾ ਦੋ। ਸਭ ਝੂਠ, ਫੇਕ ਵੀਜ਼ਾ ਸੀ ਭਾਈ। ਬਾਪੂ ਨੇ ਪੈਲੀ ਵੇਚ ਕੇ ਪੈਸੇ ਦਿੱਤੇ ਸੀ ਤੇ ਮਾਂ ਨੇ ਇੰਨੀਆਂ ਆਸਾਂ ਰੱਖੀਆਂ ਕਿ ਮੇਰਾ ਪੁੱਤ ਬਾਹਰ ਜਾਊਗਾ, ਪਰ ਏਦਾਂ ਕੁਝ ਹੋ ਨਾ ਸਕਿਆ ਬਈ। ਯਾਰ ਤੈਨੂੰ ਇੱਕ ਗੱਲ ਪੁੱਛਾਂ, ਤੈਨੂੰ CICC ਦੇ ਐਪ ਬਾਰੇ ਨਹੀਂ ਸੀ ਪਤਾ? ਇਹ ਕਿਹੜੀ ਐਪ ਆ ਬਾਈ? ਬਾਈ CICC ਦਾ ਮਤਲਬ ਦਾ ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ। ਇਸ ਐਪ ਦੀ ਮਦਦ ਨਾਲ ਤੁਸੀਂ ਆਪਣਾ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟਸ ਵੀ ਲੱਭ ਸਕਦੇ ਹੋ। ਇਸ ਦਾ ਮਤਲਬ RCIC ਤੇ RCIC ਨੂੰ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਲਾਇਸੈਂਸ ਦਿੱਤਾ ਗਿਆ, ਜਿਹੜਾ ਕਿ ਤੁਹਾਡੀ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵੇਗਾ। ਤੁਸੀਂ ਇਸ ਐਪ ਨੂੰ ਡਾਊਨਲੋਡ ਵੀ ਕਰ ਸਕਦੇ ਹੋ ਐਪ ਸਟੋਰ ਤੇ ਗੂਗਲ ਪਲੇ ਸਟੋਰ ਤੇ, ਜਿਸ ਨਾਲ ਤੁਹਾਨੂੰ ਕੈਨੇਡਾ ਇਮੀਗ੍ਰੇਸ਼ਨ ਦੀਆਂ ਸਾਰੀਆਂ ਨਵੀਆਂ ਜਾਣਕਾਰੀਆਂ ਵੀ ਮਿਲ ਜਾਣਗੀਆਂ ਤੇ ਤੁਸੀਂ ਆਪ ਤੇ ਆਪਣਿਆਂ ਨੂੰ ਠੱਗਬਾਜ਼ੀ ਤੋਂ ਬਚਾ ਸਕਦੇ ਹੋ। ਲੈ ਬਈ, ਜੇ ਇਸ ਐਪ ਬਾਰੇ ਮੈਨੂੰ ਪਹਿਲਾਂ ਹੀ ਪਤਾ ਹੁੰਦਾ, ਮੇਰੇ ਪੈਸਾ ਤੇ ਟਾਈਮ ਦੋਨੋਂ ਬਚ ਜਾਂਦੇ। ਹੁਣ ਤੇ ਮੈਂ ਇਹੀ ਕਹੂੰਗਾ CICC ਐਪ ਹੀ ਡਾਊਨਲੋਡ ਕੀਤੀ ਜਾਵੇ। ਸੋ ਇਹ ਸੀ ਜੀ CICC ਦੀ ਇੱਕ ਵੀਡੀਓ, ਜਿਹੜੀ ਆਰਗੇਨਾਈਜੇਸ਼ਨ ਨੇ ਤੁਹਾਨੂੰ ਜਾਣੂ ਕਰਵਾਇਆ ਵੀ ਇੱਕ ਐਪਲੀਕੈਂਟ ਜਿਹੜਾ ਵੀ ਅਪਲਾਈ ਕਰਨਾ ਚਾਹੁੰਦਾ ਕੈਨੇਡਾ ਕਿਸੇ ਵੀ ਕੈਟੇਗਰੀ ਦਾ ਵੀਜ਼ਾ, ਉਹਨੂੰ ਬੈਨੀਫਿਟ ਕੀ ਹੋ ਸਕਦੇ ਨੇ। ਡਾਕਟਰ ਰਵੀ ਗਰਗ ਸਾਡੇ ਮੌਜੂਦ ਨੇ, ਗੱਲਬਾਤ ਕਰ ਰਹੇ ਹਾਂ, ਅੱਗੋਂ ਵੀ ਜਾਣਕਾਰੀ ਜਿਹੜੀ ਹੈ ਤੁਹਾਡੇ ਲਈ ਸਾਂਝੀ ਕਰਦੇ ਰਹਿੰਦੇ ਹਾਂ। ਡਾਕਟਰ ਸਾਹਿਬ, ਜਿਹੜੇ ਬਦਲਾਅ ਆਏ ਨੇ ਸਾਰੇ ਪੋਜ਼ੀਟਿਵ ਨੇ, ਚੇਂਜਿਸ ਚੰਗੀਆਂ ਨੇ, ਚਾਹੇ ਉਹ ਤੁਸੀਂ ਮੋਸ਼ਨ ਦੀ ਗੱਲ ਕੀਤੀ, ਮੋਸ਼ਨ 44 ਦੀ ਵੀ ਜਿਹੜੇ ਡਿਮਾਂਡ ਲਿਸਟ ਦੇ ਵਿੱਚ ਨੇ ਨੌਕਆਊਟ OAB ਦੇ, ਉਹਨਾਂ ਨੂੰ PR ਦਿੱਤੀ ਜਾਵੇ, ਚਾਹੇ PR ਤੋਂ ਇਲਾਵਾ ਹੋਰ ਸੁਪਰ ਵੀਜ਼ਾ ਵਾਲਿਆਂ ਨੂੰ, ਪੈਰੈਂਟਸ ਨੂੰ ਇੱਕ ਦਿੱਤਾ ਗਿਆ, ਚਲੋ ਹੁਣ ਤੁਸੀਂ 5 ਸਾਲ ਨਹੀਂ ਤਾਂ 7 ਸਾਲ ਬੱਚਿਆਂ ਤੱਕ ਰੁਕ ਸਕਦੇ ਹੋ। ਇਹਦੇ 'ਚ ਜਦੋਂ ਅਸੀਂ ਗੱਲ ਕਰਦੇ ਹਾਂ ਵੀਜ਼ਾ ਅਪਲਾਈ ਕਰਨ ਦੀ, ਹੁਣ ਮੈਂ ਸੁਪਰ ਵੀਜ਼ਾ ਨੂੰ ਲੈ ਕੇ ਗੱਲ ਕਰ ਲਾਂ, ਬੜਾ ਟੈਕਨੀਕਲ ਹੈ। ਇੱਕ ਆਮ ਏਜੰਟ ਕੋਲ ਬੰਦਾ ਚਲੇ ਜੇ, ਉਹਨੂੰ ਵਿਜ਼ਿਟਰ ਤੇ ਸੁਪਰ ਵੀਜ਼ਾ 'ਚ ਕਈਆਂ ਨੂੰ ਤਾਂ ਫਰਕ ਨਹੀਂ ਪਤਾ ਵੀ ਇਹ ਕਿਵੇਂ ਅਪਲਾਈ ਹੁੰਦਾ, ਉਹਦੇ ਲਈ ਕੀ ਕੁਛ ਅਸੈਸਮੈਂਟ ਕਰਨੀ ਹੁੰਦੀ ਹੈ, ਉਹਦੇ ਟੈਕਸਿਸ ਦੀ, ਉਹਦੇ ਪੇ ਦੀ, ਉਹਦੇ ਪਿੱਛੇ ਸਾਰਾ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਕੀ ਦੱਸਣਾ ਜਿਹੜੇ ਐਪਲੀਕੈਂਟ ਹੁਣ ਆਪਣੇ ਮਾਪਿਆਂ ਨੂੰ ਬੁਲਾਉਣਾ ਚਾਹੁੰਦੇ ਨੇ, ਕੈਨੇਡਾ ਬੈਠੇ ਤੁਹਾਨੂੰ ਦੇਖ ਰਹੇ ਆ, ਕੋਈ PR ਤੇ ਹੈ, ਕੋਈ ਸਿਟੀਜ਼ਨ ਹੋ ਗਿਆ, ਕੋਈ ਵਰਕ ਪਰਮਿਟ ਤੇ ਹੈ, ਕੀ ਕਹਿਣਾ? ਦੇਖੋ, ਸੁਪਰ ਵੀਜ਼ਾ ਦੀ ਜਿਹੜੀ ਗੱਲ ਹੈ, ਤੁਸੀਂ ਟੈਕਨੀਕਲ ਜਿਹੜੀ ਨੌਲੇਜ ਦੀ ਗੱਲ ਕਰਦੇ ਪਏ ਹੋ, ਉਹਦੇ ਵਿੱਚ ਸੁਪਰ ਵੀਜ਼ਾ ਦੀ ਤਾਂ ਇਹ ਰੂਲ ਹੈਗੇ, ਜਿਸ ਤਰ੍ਹਾਂ $1 ਲੱਖ ਕੈਨੇਡੀਅਨ ਡਾਲਰ ਦਾ ਜਿਹੜੀ ਮੈਡੀਕਲ ਹੈਲਥ ਇੰਸ਼ੋਰੈਂਸ ਜਿਹੜੀ ਆਪਾਂ ਗੱਲ ਕੀਤੀ, ਪਹਿਲਾਂ ਕੈਨੇਡੀਅਨ ਕੰਪਨੀਜ਼ ਤੋਂ ਹੀ ਜਿਹੜੀ ਇੰਸ਼ੋਰੈਂਸ ਕੰਪਨੀ ਤੋਂ ਲਿੱਤੀ ਜਾ ਸਕਦੀ ਸੀ, ਹੁਣ ਇੰਡੀਅਨ ਵੀ ਜਿਹੜੀ ਹੋਰ ਕੰਟਰੀਜ਼ ਦੇ ਵੀ ਡੈਜ਼ਿਗਨੇਟ ਕਰ ਦਿੱਤੀਆਂ ਜਾਣਗੀਆਂ, ਕੈਨੇਡਾ ਐਮਬੈਸੀ ਦੀ ਵੈਬਸਾਈਟ 'ਤੇ ਲਿਸਟ ਦੇ ਦਿੱਤੀ ਜਾਏਗੀ। ਇਸ ਦੇ ਇਲਾਵਾ ਲੋ ਇਨਕਮ ਕੱਟ ਆਫ ਦੇ ਟੇਬਲ ਦੇ ਵਿੱਚ ਜਿੰਨੀ ਇਨਕਮ ਲਿਖੀ ਗਈ ਹੈਗੀ ਆ, ਉਹ ਜਿਹੜੀ ਹੈਗੀ ਆ ਫੈਮਿਲੀ ਵਾਸਤੇ, ਜਿਹੜੇ ਪਰਮਾਨੈਂਟ ਰੈਜ਼ੀਡੈਂਟ ਸਿਟੀਜ਼ਨਸ ਨੇ, ਉਹਨਾਂ ਦੇ ਪੇਰੈਂਟਸ, ਗ੍ਰੈਂਡ ਪੇਰੈਂਟਸ ਵਾਸਤੇ ਸੁਪਰ ਵੀਜ਼ਾ ਕੈਟੇਗਰੀ ਬਣਾਈ ਗਈ ਹੈਗੀ ਆ, ਉੱਥੇ ਤਾਂ ਕਿ ਬੁਲਾਇਆ ਜਾ ਸਕੇ। 5 ਸਾਲ ਵਾਸਤੇ ਹੋ ਜਾਏਗੀ, ਜਿਹੜਾ 2 ਸਾਲ ਵਾਸਤੇ ਸੀਗਾ ਪੀਰੀਅਡ, ਹੁਣ 5 ਸਾਲ ਵਾਸਤੇ ਹੋ ਜਾਏਗਾ। ਔਰ ਇਸ ਦੇ ਵਿੱਚ ਇੱਕ ਜਿਹੜਾ ਹੈਗਾ ਇਹ ਇਨਕਮ ਦੀ, ਜਿਹੜੇ ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਜਿਹੜੇ ਬੁਲਾਉਣਾ ਚਾਹੁੰਦੇ ਨੇ ਪੇਰੈਂਟਸ, ਗ੍ਰੈਂਡ ਪੇਰੈਂਟ ਨੂੰ, ਉਹਨਾਂ ਦੀ ਫੈਮਿਲੀ ਦਾ ਮਤਲਬ ਹਸਬੈਂਡ ਅਤੇ ਵਾਈਫ ਦੀ ਇਨਕਮ ਮਿਲਾ ਕੇ, ਔਰ ਹਸਬੈਂਡ ਵਾਈਫ ਦੀ ਇਨਕਮ ਮਿਲਾਈ ਜਾਏਗੀ, ਔਰ ਕਿੰਨੇ ਮੈਂਬਰਸ ਹੋਣਗੇ, ਹਸਬੈਂਡ ਵਾਈਫ ਬੱਚੇ, ਔਰ ਜਿਹੜੇ ਇੱਥੋਂ ਜਾਣਗੇ ਪੇਰੈਂਟਸ, ਮਦਰ ਜਾਂ ਫਾਦਰ ਜਾਂ ਇੱਕ ਮੈਂਬਰ ਜਿਹੜਾ ਹੈਗਾ, ਜਿੰਨੇ ਵੀ ਹੋਣਗੇ, ਮੰਨ ਲਓ ਹਸਬੈਂਡ ਵਾਈਫ ਨੇ 2 ਬੱਚੇ ਨੇ, 4 ਹੋ ਗਏ, ਅਤੇ ਪੇਰੈਂਟਸ 2 ਬੁਲਾ ਰਹੇ ਨੇ, ਮਦਰ ਫਾਦਰ, ਅਤੇ 6 ਹੋ ਗਏ। ਸੋ 6 ਪਰਸਨਸ ਵਾਸਤੇ ਉਸ ਟੇਬਲ ਦੇ ਵਿੱਚ ਕਿੰਨੀ ਇਨਕਮ ਰਿਕੁਆਇਰਡ ਹੈਗੀ ਹੈ, ਲਾਈਕੋ ਦੇ ਵਿੱਚ ਲੋ ਇਨਕਮ ਕੱਟ ਆਫ ਦੇ ਵਿੱਚ, ਉਹ ਇਨਕਮ ਉਹਨਾਂ ਦੀ ਹੋਣੀ ਜ਼ਰੂਰੀ ਹੈਗੀ ਹੈ, ਫਿਰ ਹੀ ਸੁਪਰ ਵੀਜ਼ਾ ਅਪਲਾਈ ਕਰ ਸਕਦੇ।
ਸੋ ਇਹ ਜਿਹੜਾ ਹੈਗਾ, ਇਹ ਜਿਹੜੇ ਰੂਲ ਐਂਡ ਰੈਗੂਲੇਸ਼ਨ ਨੂੰ ਡੈਫੀਨੇਟਲੀ ਇਹਦੀਆਂ ਇਨਸ ਐਂਡ ਆਊਟਸ ਦਾ ਮਤਲਬ ਬਰੀਕੀਆਂ ਹੁੰਦੀਆਂ ਨੇ। ਔਰ CICC ਮੈਂਬਰ ਜਿਹੜੇ ਤੁਸੀਂ ਅਮਨ ਜੀ ਗੱਲ ਕੀਤੀ, CICC ਮੈਂਬਰ ਹੀ ਲੀਗਲੀ ਰਿਕਗਨਾਈਜ਼ਡ ਨੇ ਕੈਨੇਡਾ ਗਵਰਨਮੈਂਟ, ਕੈਨੇਡਾ ਅੰਬੈਸੀ ਤੋਂ। ਰੈਗੂਲੇਟਡ ਪ੍ਰੋਫੈਸ਼ਨ ਨਹੀਂ ਹੈਗਾ ਇੰਡੀਆ ਜਾਂ ਬਹੁਤ ਸਾਰੀ ਕੰਟਰੀਜ਼ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਦਾ ਹੈਗਾ, ਕੋਈ ਵੀ ਬਿਜ਼ਨਸ ਕਰ ਸਕਦਾ ਹੈ। ਲੇਕਿਨ ਕੈਨੇਡਾ ਦੇ ਵਿੱਚ ਆਫਿਸ ਖੋਲ੍ਹਣ ਵਾਸਤੇ ਜਾਂ ਕੈਨੇਡਾ ਅੰਬੈਸੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਫਾਈਲ ਲਾਉਣ ਵਾਸਤੇ CICC ਮੈਂਬਰ ਹੀ ਲੀਗਲੀ ਰਿਕਗਨਾਈਜ਼ਡ ਨੇ। ਔਰ ਇਹ ਬਣਨ ਵਾਸਤੇ ਕੈਨੇਡਾ ਦੇ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਹੋਣਾ ਜ਼ਰੂਰੀ ਹੈ। ਔਰ ਇਮੀਗ੍ਰੇਸ਼ਨ ਲਾ ਪਾਸ ਕਰਨਾ ਹੈਗਾ ਕੈਨੇਡੀਅਨ ਇੰਸਟੀਟਿਊਸ਼ਨ ਤੋਂ, ਜਿਸ ਦੇ ਵਿੱਚ IRPA ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ ਔਰ IRPR ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਰੈਗੂਲੇਸ਼ਨ, ਜਿਨ੍ਹਾਂ 'ਤੇ ਸਾਰਾ ਲਾ ਔਰ ਪਾਲਿਸੀਜ਼ ਆਧਾਰਿਤ ਹੈਗੀਆਂ, ਜਿਸ ਦੇ ਵਿੱਚ ਇਹ ਸਾਰੀਆਂ ਗੱਲਾਂ ਪੜ੍ਹਾਈਆਂ ਜਾਂਦੀਆਂ। ਉਸ ਦਾ ਐਗਜ਼ਾਮ ਦੇ ਕੇ ਔਰ ਆਈਲੈਟਸ ਦੇ ਵਿੱਚ ਹਾਈ ਸਕੋਰ ਲੈ ਕੇ ਔਰ ਐਗਜ਼ਾਮ ਜਿਹੜਾ ਮੈਂਬਰਸ਼ਿਪ ਜਿਹੜਾ ਹੈ ਦੇ ਕੇ ਪਾਸ ਹੋ ਕੇ ਅਸੀਂ CICC ਮੈਂਬਰ ਬਣਦੇ ਹਾਂ। ਔਰ CICC ਦੀ ਵੈਬਸਾਈਟ 'ਤੇ ਔਰ ਕੈਨੇਡਾ ਅੰਬੈਸੀ ਦੀ ਵੈਬਸਾਈਟ cic.gc.ca ਉਸ ਦੇ ਉੱਪਰ ਵੀ ਇਹ ਜਿਹੜੀ ਹੈ CIC ਦੀ ਡਿਟੇਲਸ ਔਰ ਮੈਂਬਰਸ਼ਿਪ ਦੇ ਨਾਮ ਦੀ ਲਿਸਟ ਦੇਖੀ ਜਾ ਸਕਦੀ ਹੈ ਜੀ। ਜੀ, ਸੋ ਇਹਨਾਂ ਲਿਸਟ ਦੇ ਵਿੱਚ ਜੋ ਤੁਸੀਂ ਸਰਚ ਕਰੋਗੇ ਡਾਕਟਰ ਰਵੀ ਦਾ ਨਾਮ ਜ਼ਰੂਰ ਪਾਓਗੇ, ਕਿਉਂਕਿ ਕਾਫੀ ਲੰਬੇ ਸਮੇਂ ਤੋਂ ਜਦੋਂ ਨਾਮ ਪਹਿਲਾਂ ICC ਹੁੰਦਾ ਸੀ, ਫਿਰ CICC ਹੋ ਗਿਆ, ਉਦੋਂ ਤੋਂ ਸੇਵਾ ਜਿਹੜੀ ਉਹ ਨਿਭਾਉਂਦੇ ਆ ਰਹੇ ਨੇ। ਡਾਕਟਰ ਸਾਹਿਬ, ਸੈਮੀਨਾਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੈ ਨੇ, ਮੈਂ ਚਾਹੂੰਗਾ ਇੱਕ ਵਾਰੀ ਜ਼ਰੂਰ ਡੇਟਸ ਵੈਨਿਊ ਦੱਸ ਦਿਓ। 23 ਜੂਨ ਨੂੰ ਅੰਮ੍ਰਿਤਸਰ ਸਾਹਿਬ, 24 ਨੂੰ ਫਿਰੋਜ਼ਪੁਰ, 25 ਨੂੰ ਲੁਧਿਆਣਾ, ਉਸ ਤੋਂ ਬਾਅਦ ਹਫਤੇ ਦਾ ਗੈਪ ਪਾ ਕੇ 6 ਜੁਲਾਈ ਨੂੰ ਜਲੰਧਰ, 7 ਨੂੰ ਬਰਨਾਲਾ, 8 ਨੂੰ ਬਠਿੰਡਾ ਅਤੇ 10 ਨੂੰ ਚੰਡੀਗੜ੍ਹ ਦੇ ਵਿੱਚ ਅਰੋਮਾ ਹੋਟਲ ਦੇ ਵਿੱਚ। ਅਤੇ ਇਹਨਾਂ ਵਿੱਚ ਜ਼ਿਆਦਾਤਰ ਜਿਹੜੇ ਸਿਟੀਜ਼ ਦੇ ਵਿੱਚ ਮੈਂ ਆਪ ਹੋਊਂਗਾ ਔਰ ਖ਼ਾਸ ਤੌਰ 'ਤੇ ਜਿਹੜੇ ਬੜੇ ਸਾਰੇ ਬੈਨੀਫਿਟਸ, ਐਪਲੀਕੇਸ਼ਨ ਫੀਸ, ਅੰਬੈਸੀ ਫੀਸ ਔਰ ਸਕਾਲਰਸ਼ਿਪਸ ਨੂੰ ਲੈ ਕੇ ਕਈ ਤਰ੍ਹਾਂ ਦੇ ਬੈਨੀਫਿਟਸ ਕੰਪਨੀ ਡਿਸਾਈਡ ਕਰਦੀ ਪਈ ਹੈ, ਜਲਦੀ ਡਿਕਲੇਅਰ ਕਰਾਂਗੇ। ਔਰ ਮੈਂ ਆਪ ਮਿਲੂੰਗਾ, ਐਡਮਿਸ਼ਨ ਟੀਮ, ਫਾਈਲਿੰਗ ਟੀਮ ਔਰ ਕਾਉਂਸਲਿੰਗ ਟੀਮ, ਮੈਨੇਜਮੈਂਟ ਟੀਮ, ਮੈਂ ਖੁਦ ਉੱਥੇ ਹੋ ਕੇ ਸਟੂਡੈਂਟਸ ਪੇਰੈਂਟਸ ਨੂੰ ਮਿਲ ਕੇ ਗਾਈਡੈਂਸ ਦੇਵਾਂਗੇ। ਖਾਸ ਤੌਰ 'ਤੇ ਰਿਫਿਊਜ਼ਡ ਕੇਸਿਸ 2-3-4 ਵਾਰ ਰਿਫਿਊਜ਼ ਹੋਏ ਹੋਣ, ਕੋਈ ਪ੍ਰੋਬਲਮ ਨਹੀਂ। ਕੈਨੇਡਾ ਅਗਰ ਤੁਹਾਡਾ ਕੇਸ ਚੰਗਾ, ਪ੍ਰੋਫਾਈਲ ਚੰਗੀ ਹੈ ਅਤੇ ਵੀਜ਼ਾ ਦੇ ਦਿੰਦਾ, ਕੋਈ ਪ੍ਰੋਬਲਮ ਨਹੀਂ। ਵੈਲਕਮ ਜੀ। ਜੀ, ਸੋ ਇੱਥੇ ਕੁਝ ਸਟੂਡੈਂਟ ਵੀ ਤੁਹਾਨੂੰ ਮਿਲਾਉਣਾ ਚਾਹੁੰਦੇ ਜਿਹੜੇ ਆਲਰੇਡੀ ਇਹਨਾਂ ਤੋਂ ਸਰਵਿਸਿਜ਼ ਲੈ ਚੁੱਕੇ ਨੇ। ਕਿਵੇਂ ਉਹਨਾਂ ਦਾ ਪਾਇਨੀਅਰ ਤੋਂ ਐਕਸਪੀਰੀਅੰਸ ਰਿਹਾ, ਕਿਵੇਂ ਜਦੋਂ ਜਾ ਕੇ ਇੱਕ ਵੀਜ਼ਾ ਮਿਲਦਾ, ਕੀ ਖੁਸ਼ੀ ਉਹ ਸਾਂਝੀ ਕਰਨਾ ਚਾਹੁੰਦੇ ਨੇ ਤੁਹਾਡੇ ਨਾਲ, ਆਓ ਮਿਲ ਕੇ ਜਾਣਦੇ ਹਾਂ। Hello everyone, my name is Anamika. I completed my 12th in 2021 and scored 7 band in IELTS. Recently, I got my visa for Canada for Humber College. I am very thankful to Ravi sir and all Pioneer Immigration team. I recommend to visit and apply your visa from Pioneer Immigration as they provide very good service. My name is Hamdeep Kaur and I am from Firozpur. Actually, I applied my study visa from Pioneer Immigration and I got my visa in 3 months. And here's my stamped passport and I got it in 15 days. All the staff members are very polite and they are very cooperative. Thank you to Mr. Ravi Garg and for the best service. I must say that all of you that visit here and get the beautiful result from here. Thank you so much. ਸੋ ਇਸ ਜੀ ਕੁਝ ਸਟੂਡੈਂਟ ਜਿਨ੍ਹਾਂ ਨੇ ਐਕਸਪੀਰੀਅੰਸ ਸਾਂਝਾ ਕੀਤਾ। ਤੁਸੀਂ ਵੀ ਕੋਈ ਜਾਣਕਾਰੀ ਚਾਹੁੰਦੇ ਹੋ ਪਾਇਨੀਅਰ ਵੱਲੋਂ ਤਾਂ ਬਿਲਕੁਲ ਇਹਨਾਂ ਦੇ ਆਫਿਸ ਵਿਜ਼ਿਟ ਕਰਕੇ ਲੈ ਸਕਦੇ ਹੋ। ਅਦਰਵਾਈਜ਼ ਸੈਮੀਨਾਰ ਦੀ ਡੇਟਸ ਸਕਰੋਲ ਰੂਪ 'ਚ ਚੱਲ ਰਹੀਆਂ, ਡਾਕਟਰ ਸਾਹਿਬ ਨੇ ਵੀ ਤੁਹਾਨੂੰ ਦੱਸਤੀਆਂ। ਜਿਹੜਾ ਵੀ ਨੇੜੇ ਡੈਸਟੀਨੇਸ਼ਨ ਪੈਂਦਾ ਉੱਥੇ ਵਿਜ਼ਿਟ ਕਰ ਸਕਦੇ ਹੋ। ਡਾਕਟਰ ਸਾਹਿਬ, ਸਮਾਂ ਨਹੀਂ ਅਲਾਉ ਕਰ ਰਿਹਾ, ਬਟ ਸ਼ੋਅ ਚਾਹੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਸਾਰੇ ਦਰਸ਼ਕਾਂ ਦਾ। ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ ਜੀ। ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।